ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਵੇਕ ਦੇ ਇਸ 9ਵੇਂ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਭੁਪਿੰਦਰ ਸਿੰਘ ਭਾਈ ਖੇਲ, ਮੇਰੇ ਨਾਲ ਸ਼ਬਦ ਦਾ ਪਾਠ ਕਰ ਰਹੇ ਹਨ ਪੁਸ਼ਪਿੰਦਰ ਕੌਰ। ਇਸ ਅੰਕ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 9ਵੇਂ ਅੰਗ ਤੇ ਦਰਜ ਬਾਣੀ ਦੇ ਅਰਥ ਸਮਝਾਂਗੇ। ਪਿੱਛੇ ਅਸੀਂ ਜਪਜੀ ਸਾਹਿਬ ਦੇ ਅਰਥ ਸਮਝੇ, ਉਪਰੰਤ ਰਾਗ ਆਸਾ ਦੀ ਬਾਣੀ ਸ਼ੁਰੂ ਕੀਤੀ। ਸੋਦਰ ਦੀ ਬਾਣੀ ਤੋਂ ਅਸੀਂ ਜਾਣਿਆ ਕਿ ਸੋਦਰ ਦਾ ਸ਼ਬਦ ਸਿਫਤ ਸਲਾਹ ਕਰਨ ਵਾਲਿਆਂ ਦੀ ਜਿਵੇਂ ਆਰਤੀ ਵਰਗੀ ਹਜ਼ੂਰੀ ਗਾਇਨ ਵਾਲੀ ਬਾਣੀ ਹੈ। ਜਪਜੀ ਵਿੱਚ ਸਾਨੂੰ ਕਿਧਰੇ ਵੀ ਮਹਿਲਾ, ਮਹਿਲ, ਰਹਾਓ ਜਾਂ ਘਰ ਵਰਗੇ ਲਫ਼ਜ਼ ਨਹੀਂ ਦਿਖੇ, ਲੇਕਿਨ ਹੁਣ ਉਸ ਤੋਂ ਬਾਅਦ ਦੀ ਬਾਣੀ ਵਿੱਚ ਇਹ ਲਫ਼ਜ਼ ਮਿਲਣਗੇ। ਸ਼ਬਦ ਦੇ ਸਿਰਲੇਖ ਵਿੱਚ ਦਿੱਤੇ ਮਹਿਲਾ ਜਾਂ ਮਹਿਲ ਨੂੰ ਗੁਰੂ ਸਾਹਿਬ ਦੀ ਸਾਖੀ ਗੁਰੂ ਜੋਤ ਦੱਸਣ ਲਈ ਕੀਤਾ ਗਿਆ ਹੈ। ਜਿਵੇਂ ਕਿ ਮਹਿਲਾ ਪਹਿਲਾ ਦਾ ਮਤਲਬ ਹੈ ਪਹਿਲੇ ਸਤਿਗੁਰੂ ਗੁਰੂ ਨਾਨਕ ਦੇਵ ਜੀ। ਮਹਿਲਾ ਨੌਵਾਂ ਦਾ ਮਤਲਬ ਹੋਇਆ ਨੌਵੇਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਰਹਾਓ ਦਾ ਮਤਲਬ ਹੈ ਠਹਿਰਾਓ। ਸ਼ਬਦ ਦੀ ਜਿਸ ਪੌੜੀ ਦੇ ਵਿੱਚ ਰਹਾਓ ਆਇਆ ਹੈ ਉਸ ਨੂੰ ਠਹਿਰ ਕੇ ਵਿਚਾਰ ਕਰਨਾ ਹੈ, ਕਿਉਂਕਿ ਇਹੀ ਪੰਕਤੀ ਉਸ ਸ਼ਬਦ ਦਾ ਕੇਂਦਰੀ ਭਾਵ ਹੈ, ਸਿਧਾਂਤਕ ਭਾਵ ਹੈ। ਬਾਕੀ ਸਾਰਾ ਸ਼ਬਦ ਉਸੇ ਭਾਵ ਤੇ ਕੇਂਦਰਿਤ ਹੈ। ਕਾਵਿ ਅਤੇ ਸੰਗੀਤ ਦੇ ਪੱਖ ਤੋਂ ਵੀ ਰਹਾਓ ਵਾਲੀ ਪੰਕਤੀ ਮਹੱਤਵਪੂਰਨ ਹੈ। ਇਸੇ ਤਰ੍ਹਾਂ ਘਰ ਸੰਗੀਤ ਦੇ ਸੂਖਸ਼ਮ ਭੇਦਾਂ ਬਾਰੇ ਜਾਣਕਾਰੀ ਦਿੰਦੇ ਹਨ। ਕੁੱਲ 17 ਘਰ ਹਨ। ਡਾਕਟਰ ਚਰਨ ਸਿੰਘ ਦੀ ਪੁਸਤਕ ਬਾਣੀ ਬਿਓਰਾ ਦੇ ਮੁਤਾਬਕ ਘਰ ਦਾ ਅਰਥ ਇਸ ਦੀ ਤਾਲ ਨਾਲ ਹੈ, ਕਿਉਂਕਿ ਸੁਰ, ਤਾਲ, ਲੈ, ਅੰਗ, ਨਿਆਸ, ਘਰ ਇਹੀ ਗੱਲਾਂ ਰਾਗ ਦੇ ਸਰੂਪ ਬਿਆਨ ਕਰਦੇ ਹਨ। ਇਸ ਲਈ ਜਿੰਨੇ ਤਾਲ ਵਿੱਚ ਜੋ ਰਾਗ ਦਾ ਸ਼ਬਦ ਗਾਉਣਾ ਹੈ ਉਸ ਤਾਲ ਦਾ ਪਤਾ ਨਾਲ ਲਿਖਿਆ ਹੋਇਆ ਹੈ। ਸੋਦਰ ਦੇ ਬਾਅਦ 9 ਹੋਰ ਸ਼ਬਦ ਹਨ ਵੱਖਰੇ ਰਾਗਾਂ ਵਿੱਚ। ਇਹਨਾਂ ਸਾਰਿਆਂ ਨੂੰ ਮਿਲਾ ਕੇ ਇਸ ਬਾਣੀ ਨੂੰ ਰਹਿਰਾਸ ਵੀ ਆਖਦੇ ਹਨ। ਹਾਲਾਂਕਿ ਇਸ ਬਾਣੀ ਦੇ ਸਿਰਲੇਖ ਤੇ ਰਹਿਰਾਸ ਨਹੀਂ ਲਿਖਿਆ ਹੋਇਆ, ਲੇਕਿਨ ਇਸੇ ਬਾਣੀ ਵਿੱਚ ਖੁਦ ਆਇਆ ਹੈ ਹਰ ਕੀਰਤ ਹਮਰੀ ਰਹਿਰਾਸ। ਆਸਾ ਮਹੱਲਾ ਪਹਿਲਾ। ਸੁਨ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ न ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ। कोई न जाने तेरा केता केवड चीरा रहाओ। सब सुरती मिल सुरत कमाई, सब कीमत मिल कीमत पाई। ज्ञानी ध्यानी गुर गुर हाई, कहण न जाई तेरी तिल वडियाई। सब सत सब तप सब चंगियाइयां, सिद्धा पुरखा की वडियाइयां। तुध बिन सिद्धि किने न पाइया, करम मिलै न ही ठाक रहाइया। आखण वाला क्या विचारा, सिफती भरे तेरे भंडारा। जिस तू दे तिसे क्या चारा, ਨਾਨਕ ਸੱਚ ਸਵਾਰਨ ਹਾਰਾ। ਪਹਿਲਾਂ ਇਸ ਸ਼ਬਦ ਦੇ ਵਿੱਚ ਸ਼ਬਦਾਂ ਦੇ ਅਰਥ ਜਾਣਦੇ ਹਾਂ। ਜਿਵੇਂ ਸੁਣ ਕੇ, ਸਭ ਕੋਏ, ਹਰ ਇੱਕ ਜੀਵ, ਕੇਵੜ ਕਿੰਨਾ, ਡੀਠਾ ਦੇਖਿਆ ਹੀ, ਹੋਏ ਬਿਆਨ ਹੋ ਸਕਦਾ ਹੈ, ਦੱਸਿਆ ਜਾ ਸਕਦਾ ਹੈ। ਕੀਮਤ ਅਰਥਾਤ ਮੁੱਲ, ਉਹਦੇ ਬਰਾਬਰ ਦੀ ਵਸਤੂ। ਕੀਮਤ ਪਾਏ ਨਾ, ਮੁੱਲ ਨਹੀਂ ਪਾਇਆ ਜਾ ਸਕਦਾ, ਉਸਦੇ ਬਰਾਬਰ ਦੀ ਕੋਈ ਹਸਤੀ ਨਹੀਂ ਦੱਸੀ ਜਾ ਸਕਦੀ। ਰਹੇ ਸਮਾਏ, ਲੀਨ ਹੋ ਜਾਂਦੇ ਹਨ। ਗਹਿਰਾ ਡੂੰਘੇ। ਗੰਭੀਰਾ, ਹੇ ਵੱਡੇ ਜਿਗਰੇ ਵਾਲੇ। ਗੁਣੀ ਗਹੀਰਾ, ਹੇ ਗੁਣਾ ਕਰਕੇ ਡੂੰਘੇ, ਹੇ ਬੇਅੰਤ ਗੁਣਾ ਦੇ ਮਾਲਕ। ਚੀਰਾ, ਪਾਠ, ਚੌੜਾਈ, ਵਿਸਥਾਰ। ਸਭ ਮਿਲ, ਸਾਰਿਆਂ ਨੇ ਮਿਲ ਕੇ, ਸਾਰਿਆਂ ਨੇ ਇੱਕ ਦੂਜੇ ਦੀ ਸਹਾਇਤਾ ਲੈ ਕੇ। ਸੁਰਤੀ ਸੁਰਤ, ਸੁਰਤੀ ਸੁਰਤ ਕਮਾਈ, ਸੁਰਤ ਕਮਾਈ, ਸੁਰਤ ਕਮਾਈ। ਮੁੜ ਮੁੜ ਕੇ ਸਮਾਧੀ ਲਗਾਈ। ਸਭ ਕੀਮਤ ਮਿਲ ਕੀਮਤ ਪਾਈ, ਸਭ ਮਿਲ ਕੀਮਤ ਪਾਈ। ਗਿਆਨੀ ਯਾਨੀ ਵਿਚਾਰਵਾਨ, ਉੱਚੀ ਸਮਝ ਵਾਲੇ। ਧਿਆਨੀ, ਸੁਰਤ ਜੋੜਨ ਵਾਲੇ। ਗੁਰ ਯਾਨੀ ਵੱਡੇ। ਗੁਰ ਹਾਈ, ਗੁਰੂ ਭਾਈ, ਵੱਡਿਆਂ ਦੇ ਭਰਾ। ਅਜਿਹੇ ਹੋਰ ਕੋਈ ਵੱਡੇ। ਗੁਰ ਗੁਰ ਹਾਈ, ਕਈ ਵੱਡੇ ਪ੍ਰਸਿੱਧ। ਗੁਰ ਗੁਰ ਹਾਈ ਲਫ਼ਜ਼ ਗਿਆਨੀ ਧਿਆਨੀ ਦਾ ਵਿਸ਼ੇਸ਼ਣ ਹੈ। ਤਿਲ, ਰੱਤਾ ਜਿਤਨਾ ਵੀ। ਸਤ, ਸਭ, ਸਾਰੇ ਭਲੇ ਕੰਮ। ਤਪ, ਕਸ਼ਟ, ਔਖਿਆਈਆਂ। ਚੰਗਿਆਈਆਂ, ਚੰਗੇ ਗੁਣ। ਸਿੱਧ, ਪੁੱਗੇ ਹੋਏ, ਜੀਵਨ ਵਿੱਚ ਸਫਲ ਹੋਏ ਮਨੁੱਖ। ਸਿੱਧੀ, ਸਫਲਤਾ ਯਾਨੀ ਕਾਮਯਾਬੀ। ਕਰਮ, ਤੇਰੀ ਮਿਹਰ, ਬਖਸ਼ਿਸ਼ ਦੇ ਰਾਹੀਂ।
ਠਾਕ ਵਰਜ ਕੇ ਰੋਕ ਕੇ, ਸਿਫਤੀ ਸਿਫਤਾਂ ਦੇ ਨਾਲ, ਗੁਣਾਂ ਨਾਲ, ਚਾਰਾ ਜ਼ੋਰ, ਤਦਬੀਰ, ਯਤਨ। ਹੁਣ ਅਰਥ ਸਮਝਦੇ ਹਾਂ। ਇਹ ਸ਼ਬਦ ਸਨਮੁਖ ਉਸਤਤੀ ਹੈ ਜਿਸ ਵਿੱਚ ਅਕਾਲ ਪੁਰਖ ਦੇ ਕੀਮਤੀ ਭੇਦ ਖੋਲੇ ਗਏ ਹਨ। ਸੁਣ ਵੱਡਾ ਆਖੈ ਸਭ ਕੋਏ, ਹਰ ਇੱਕ ਜੀਵ ਹੋਰਨਾਂ ਪਾਸੋਂ ਸਿਰਫ ਸੁਣ ਕੇ ਹੀ ਕਹਿ ਦਿੰਦਾ ਹੈ ਕਿ हे ਪ੍ਰਭੂ ਤੂੰ ਵੱਡਾ ਹੈ, ਕੇਵਡ ਵੱਡਾ ਡੀਠਾ ਹੋਏ। ਪਰ ਤੂੰ ਕਿੰਨਾ ਵੱਡਾ ਹੈ ਇਹ ਗੱਲ ਤੇਰੇ ਦਰਸ਼ਨ ਕਰਕੇ ਹੀ ਦੱਸੀ ਜਾ ਸਕਦੀ ਹੈ ਕਿ ਤੂੰ ਕਿਤਨਾ ਬੇਅੰਤ ਹੈ। ਤੇਰੇ ਦਰਸ਼ਨ ਕਰਕੇ ਹੀ ਦੱਸਿਆ ਜਾ ਸਕਦਾ ਹੈ ਕਿ ਤੂੰ ਬਹੁਤ ਬੇਅੰਤ ਹੈ। ਕੀਮਤ ਪਾਏ ਨਾ ਕਹਿਆ ਜਾਏ, ਨਾ ਤਾਂ ਤੇਰੀ ਕੀਮਤ ਪਾਈ ਜਾ ਸਕਦੀ ਹੈ, ਨਾ ਹੀ ਦੱਸੀ ਜਾ ਸਕਦੀ ਹੈ। ਭਾਵ ਤੇਰੇ ਬਰਾਬਰ ਦਾ ਹੋਰ ਕੋਈ ਦੱਸਿਆ ਹੀ ਨਹੀਂ ਜਾ ਸਕਦਾ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਜੋ ਤੇਰੀ ਵਡਿਆਈ ਕਰਦੇ ਹਨ ਉਹ ਤਾਂ ਆਪਾ ਭੁੱਲ ਕੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ। ਇਹ ਰਹਾਓ ਦੀ ਪੰਕਤੀ ਹੈ। हे ਮੇਰੇ ਵੱਡੇ ਮਾਲਕਾ, ਤੂੰ ਗਹਿਰ ਗੰਭੀਰ ਹੈ, ਮਾਨੋ ਇੱਕ ਡੂੰਘਾ ਸਮੁੰਦਰ ਹੈ। ਤੂੰ ਗੁਣੀ ਗਹੀਰਾ, ਵੱਡੇ ਜਿਗਰੇ ਵਾਲਾ ਹੈ। ਤੂੰ ਬੇਅੰਤ ਗੁਣਾ ਵਾਲਾ ਹੈ। ਕੋਈ ਵੀ ਜੀਵ ਨਹੀਂ ਜਾਣਦਾ ਕਿ ਤੇਰਾ ਕਿੰਨਾ ਵੱਡਾ ਵਿਸਥਾਰ ਹੈ। ਤੂੰ ਕਿੰਨਾ ਵੱਡਾ ਹੈ ਇਹ ਗੱਲ ਲੱਭਣ ਵਾਸਤੇ ਸਭ ਸੁਰਤੀ ਮਿਲ ਸੁਰਤ ਕਮਾਈ। ਸਮਾਧੀਆਂ ਲਾਉਣ ਵਾਲੇ ਕਈ ਵੱਡੇ ਵੱਡੇ ਪ੍ਰਸਿੱਧ ਯੋਗੀਆਂ ਨੇ ਧਿਆਨ ਜੋੜਨ ਦੇ ਯਤਨ ਕੀਤੇ, ਮੁੜ ਯਤਨ ਕੀਤੇ। ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ। ਵੱਡੇ ਵੱਡੇ ਪ੍ਰਸਿੱਧ ਸ਼ਾਸਤਰ ਵੇਦਤਾ ਵਿਚਾਰਵਾਨਾਂ ਨੇ ਆਪੂ ਵਿੱਚ ਇੱਕ ਦੂਜੇ ਦੀ ਸਹਾਇਤਾ ਲੈ ਕੇ ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਵੀ ਕੋਸ਼ਿਸ਼ ਕੀਤੀ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਪਰ ਤੇਰੀ ਵਡਿਆਈ ਦਾ ਇੱਕ ਤਿਲ ਜਿੰਨਾ ਵੀ ਹਿੱਸਾ ਨਹੀਂ ਦੱਸ ਸਕੇ। ਵਿਚਾਰਵਾਨ ਕੀ ਤੇ ਸਿੱਧ ਜੋਗੀ ਕੀ, ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਵੀ ਨਹੀਂ ਲਗਾ ਸਕਿਆ। ਪਰ ਵਿਚਾਰਵਾਨਾਂ ਦੇ ਸਭ ਸਤ ਸਭ ਤਪ ਸਭ ਚੰਗਿਆਈਆਂ, ਸਾਰੇ ਭਲੇ ਕੰਮ, ਸਾਰੇ ਤਪ ਤੇ ਸਾਰੇ ਗੁਣ, ਸਿੱਧਾ ਪੁਰਖਾਂ ਕੀਆਂ ਵਡਿਆਈਆਂ। ਸਿੱਧ ਲੋਕਾਂ ਦੀਆਂ ਰਿੱਧੀਆਂ ਸਿੱਧੀਆਂ ਆਦ, ਵੱਡੇ ਵੱਡੇ ਕੰਮ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ। ਇਹ ਕਾਮਯਾਬੀ ਕਿਸੇ ਨੂੰ ਵੀ ਤੇਰੀ ਸਹਾਇਤਾ, ਤੇਰੀ ਬਖਸ਼ਿਸ਼ ਦੇ ਬਗੈਰ ਹਾਸਿਲ ਨਹੀਂ ਹੋਈ। ਜਿਸ ਕਿਸੇ ਨੂੰ ਵੀ ਸਿੱਧੀ ਪ੍ਰਾਪਤ ਹੋਈ ਹੈ ਤੇਰੀ ਮਹਿਰ ਨਾਲ ਹੀ ਪ੍ਰਾਪਤ ਹੋਈ, ਕਰਮ ਮਿਲੈ ਨਹੀਂ ਠਾਕ ਰਹਾਈਆ। ਤੇ ਕੋਈ ਹੋਰ ਉਸ ਪ੍ਰਾਪਤੀ ਦੇ ਰਾਹ ਵਿੱਚ ਰੋਕ ਨਹੀਂ ਪਾ ਸਕਿਆ। ਆਖਣ ਵਾਲਾ ਕਿਆ ਵਿਚਾਰਾ, ਜੀਵ ਦੀ ਕੀ ਪਾਇਆ ਹੈ ਕਿ ਉਹ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ। ਸਿਫਤੀ ਭਰੇ ਤੇਰੇ ਪੰਡਾਰਾ, हे ਪ੍ਰਭੂ ਤੇਰੇ ਗੁਣਾਂ ਦੇ ਮਾਨੋ ਖਜ਼ਾਨੇ ਭਰੇ ਪਏ ਹਨ। ਜਿਸ ਨੂੰ ਦੇ ਤਿਸੇ ਕਿਆ ਚਾਰਾ। ਜਿਸ ਨੂੰ ਤੂੰ ਸਿਫਤ ਸਲਾਹ ਕਰਨ ਦੀ ਦਾਤ ਬਖਸ਼ਦਾ ਹੈ ਉਸ ਦੇ ਰਾਹ ਵਿੱਚ ਰੁਕਾਵਟ ਪਾਉਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ, ਕਿਉਂਕਿ ਨਾਨਕ ਸੱਚ ਸਵਾਰਨ ਹਾਰਾ। हे ਨਾਨਕ ਕਹਿ, हे ਪ੍ਰਭੂ ਤੂੰ ਸਦਾ ਕਾਇਮ ਰਹਿਣ ਵਾਲਾ ਹੈ। ਉਸ ਭਾਗਾਂ ਵਾਲੇ ਨੂੰ ਸਵਾਰਨ ਵਾਲਾ ਤੂੰ ਆਪ ਹੀ ਹੈ। ਸਿਫਤ ਸਲਾਹ ਦੇ ਇਸ ਸ਼ਬਦ ਦੇ ਬਾਅਦ ਅਗਲੇ ਸ਼ਬਦ ਵਿੱਚ ਨਾਮ ਦਾ ਉਪਦੇਸ਼ ਕੀਤਾ ਹੈ। ਆਸਾ ਮਹੱਲਾ ਪਹਿਲਾ। ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ। ਸਾਚੇ ਨਾਮ ਕੀ लागै ਭੂਖ, ਉਤ ਭੁਖੇ ਖਾਏ ਚਲਿਆ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ साचे नाए रहाओ। साचे नाम की तिल वडियाई, आख थके कीमत नहीं पाई। जे सब मिल के आखण पाहे, वड्डा न होवे काट न जाए। ना मरे न होवे सोग, देंदा रहे न चुके भोग। गुणे हो और ना ही कोय, ना को होआ ना को होए। जेवड़ आप तेवड़ तेरी रात, जिन दिन करके कीती रात। कसम विसारे ते कमजात, नानक नावे बाज सनात। पहला पद अर्थ देखते हैं। आखा मतलब कहाँ। जदों मैं हरि नाम उचारदा जीवा जीवा मैं जियो पैंदा हाँ, मेरे अंदर आत्मक जीवन पैदा हो जाता है। मर जाऊँ मैं मर जाता हाँ। विकारां दे कारण मेरा आत्मक जीवन मुक जाता है, मेरी आत्मक मौत हो जाती है। साचा सदा कायम रहने वाला वो अकाल पुरख। उत यानी उस, ਇਹ ਲਫ਼ਜ਼ ਉਸ ਦਾ ਕਾਰਨ ਕਾਰਕ ਹੈ, ਜਿਵੇਂ ਜਿਸ ਤੋਂ ਜਿਤ ਬਣਿਆ ਹੈ। ਇਸ ਤਰ੍ਹਾਂ ਉਸ ਉਤ ਭੁੱਖ ਹੈ, ਉਸ ਭੁੱਖ ਦੇ ਕਾਰਨ, ਯਾਨੀ ਜੋ ਪਰਮਾਤਮਾ ਨੂੰ ਮਿਲਣ ਦੀ ਭੁੱਖ ਹੈ ਨਾ, ਉਸ ਭੁੱਖ ਦੇ ਕਾਰਨ। ਖਾਏ
ਨਾਮ ਭੋਜਨ ਖਾ ਕੇ ਚਲੀਏ ਦੂਰ ਹੋ ਜਾਂਦੇ ਚਲੇ ਜਾਂਦੇ। ਮਾਏ हे ਮਾਂ ਨਾਏ ਨਾਮ ਦੇ ਰਾਹੀਂ ਸਾਚੇ ਨਾਏ ਸਦਾ ਕਾਇਮ ਰਹਿਣ ਵਾਲੇ ਹਰੀ ਨਾਮ ਦੇ ਰਾਹੀਂ ਜਿਉਂ-ਜਿਉਂ ਸਦਾ ਸਥਿਰ ਰਹਿਣ ਵਾਲਾ ਹਰੀ ਨਾਮ ਸਿਮਰੀਏ। ਕਿਉਂ ਵਿਸਰੇ ਕਦੇ ਨਾ ਭੁੱਲੇ, ਕਿਉਂ ਵਿਸਰੇ ਵੀ ਕਿਉਂ। ਰਹਾਉ ਦੀ ਪੰਕਤੀ ਤਿਲ ਰੱਤਾ ਪਰ ਵੀ ਆਖ ਕੇ ਬਿਆਨ ਕਰਕੇ ਸਭ ਸਾਰੇ ਜੀਵ ਆਖਣ ਪਾਏ, ਆਖਣ ਦਾ ਯਤਨ ਕਰਨ, ਸੋਗ ਯਾਨੀ ਅਫਸੋਸ ਦੇਂਦਾ ਨਾ ਚੁੱਕੇ ਨਹੀਂ ਮੁਕਦਾ, ਭੋਗ ਵਰਤਣਾ ਗੁਣ ਇਹੀ ਗੁਣ ਇਹੀ ਖੂਬੀ ਕੋ ਕੋਈ ਹੋਰ ਹੋਇਆ ਹੈ ਨਾ ਹੋਏ ਨਾ ਹੀ ਹੋਵੇਗਾ। जेवड़ जितना वड्डा तेवड़ उतनी वड्डी, जिसने करके पैदा करके विसारे भुला देंदे हैं ते ਉਹ ਬੰਦੇ यानी बहुवचन है इत्थे कम जात भैड़ी जात वाले कम जात नावेबाज हर नाम दे नाम तो बिना सनात नीच। इस शब्द का अर्थ होया आखां जीवा विसरै मर जाओ। ਜਿਉਂ-ਜਿਉਂ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ ਤਿਉਂ-ਤਿਉਂ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ। ਪਰ ਜਦੋਂ ਮੈਨੂੰ ਪ੍ਰਭੂ ਦਾ ਨਾਮ ਭੁੱਲ ਜਾਂਦਾ ਹੈ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਇਹ ਪਤਾ ਹੁੰਦਿਆਂ ਹੋਇਆਂ ਵੀ ਆਖਣੇ ਔਖਾ ਸਾਚਾ ਨਾਮ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਬਹੁਤ ਔਖਾ ਹੈ, ਬਹੁਤ ਔਖਾ ਕੰਮ ਜਾਪਦਾ ਹੈ। ਸਾਚੇ ਨਾਮ ਕੀ ਲੱਗਿਆ ਭੁੱਖ ਉਤ ਭੁੱਖੇ ਖਾਏ ਚਲਿਆ ਦੁੱਖ। ਜਿਸ ਮਨੁੱਖ ਦੇ ਅੰਦਰ ਸਦਾ ਸਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਤਾਂਘ ਪੈਦਾ ਹੋ ਜਾਂਦੀ ਹੈ ਉਸ ਤਾਂਘ ਦੀ ਬਰਕਤ ਨਾਲ ਹਰੀ ਨਾਮ ਦਾ ਭੋਜਨ ਖਾ ਕੇ ਉਸਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਓ। ਇਹ ਰਹਾਓ ਦੀ ਪੰਕਤੀ ਹੈ, ਕੇਂਦਰੀ ਭਾਵ ਹੈ ਸ਼ਬਦ ਦਾ ਕਿ ਹੇ ਮੇਰੀ ਮਾਂ ਅਰਦਾਸ ਕਰ ਕਿ ਉਹ ਪਰਮਾਤਮਾ ਮੈਨੂੰ ਕਦੇ ਵੀ ਨਾ ਭੁੱਲੇ। ਜਿਉਂ-ਜਿਉਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ ਤਿਉਂ-ਤਿਉਂ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ ਮਨ ਵਿੱਚ ਆ ਵਸਦਾ ਹੈ। ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ। ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਦਿੱਤਾ ਜਿੰਨੀ ਵੀ ਮਹਿਮਾ ਬਿਆਨ ਕਰਕੇ ਸਾਰੇ ਜੀਵ ਥੱਕ ਗਏ ਹਨ, ਬਿਆਨ ਨਹੀਂ ਕਰ ਸਕਦੇ। ਕੋਈ ਵੀ ਨਹੀਂ ਦੱਸ ਸਕਿਆ ਕਿ ਪਰਮਾਤਮਾ ਦੇ ਬਰਾਬਰ ਦੀ ਕਿਹੜੀ ਹਸਤੀ ਹੈ। ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਕਾਟ ਨਾ ਜਾਏ। ਜੇ ਜਗਤ ਦੇ ਸਾਰੇ ਹੀ ਜੀਵ ਰਲ ਕੇ ਪ੍ਰਭੂ ਦੀ ਵਡਿਆਈ ਬਿਆਨ ਕਰਨ ਦਾ ਯਤਨ ਕਰਨ ਤਾਂ ਉਹ ਪ੍ਰਭੂ ਆਪਣੇ ਅਸਲੇ ਨਾਲੋਂ ਵੱਡਾ ਨਹੀਂ ਹੋ ਜਾਂਦਾ, ਅਤੇ ਜੇ ਕੋਈ ਵੀ ਉਸ ਦੀ ਵਡਿਆਈ ਨਾ ਕਰੇ ਤਾਂ ਉਹ ਅੱਗੇ ਨਾਲੋਂ ਘੱਟ ਨਹੀਂ ਜਾਂਦਾ। ਉਸ ਨੂੰ ਆਪਣੀ ਸੱਤਾ ਦਾ ਲਾਲਚ ਨਹੀਂ ਹੈ। ਨਾ ਉਮਰੇ ਨਾ ਹੋਵੇ ਸੋਗ। ਉਹ ਪ੍ਰਭੂ ਨਾ ਕਦੇ ਮਰਦਾਨ ਹੈ ਅਤੇ ਨਾ ਹੀ ਉਸ ਦੀ ਖਾਤਰ ਸੋਗ ਹੁੰਦਾ ਹੈ। ਦੇਂਦਾ ਰਹੇ ਨਾ ਚੁੱਕਿਆ ਭੋਗ। ਉਹ ਸਦਾ ਜੀਵਾਂ ਨੂੰ ਰਿਜ਼ਕ ਦਿੰਦਾ ਹੈ। ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਵੀ ਮੁਕਤਾ ਨਹੀਂ, ਉਸ ਦੀਆਂ ਦਾਤਾਂ ਵਰਤਣ ਨਾਲ ਕਦੇ ਮੁਕਤੀਆਂ ਨਹੀਂ। ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ। ਉਸ ਦੀ ਵਡਿਆਈ ਖੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਹੈ ਹੀ ਨਹੀਂ। ਉਸ ਵਰਗਾ ਅਜੇ ਤੱਕ ਨਾ ਕੋਈ ਹੋਇਆ ਹੈ ਅਤੇ ਨਾ ਹੀ ਕੋਈ ਕਦੇ ਹੋਵੇਗਾ। जेवड़ आप तेवड़ तेरी दाद। हे प्रभु जितना बेअंत तू आप हैं उतनी ही बेअंत तेरी बख्शिश। जिन दिन करके किती रात। तू ऐसा है जिसने दिन बनाया है ते रात भी बनाई है। कसम विसारे ते कमजात। नाम तो खुंजे हुए जीव नीच हैं। नानक नावे बाज सनात। हे नानक ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ ਜੋ ਅਜਿਹੇ ਖਸਮ ਪ੍ਰਭੂ ਨੂੰ ਭੁਲਾ ਦਿੰਦੇ ਹਨ। ਭਾਈ ਵੀਰ ਸਿੰਘ ਜੀ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਦੇ ਹਨ ਕਿ ਜਦ ਮਾਤਾ ਤ੍ਰਿਪਤਾ ਨੇ ਪੁੱਛਿਆ ਸੀ ਕਿ ਨਾਮ ਨੂੰ ਸਦਾ ਕਿਉਂ ਲੱਗੇ ਰਹਿੰਦੇ ਹੋ, ਤਦ ਗੁਰੂ ਜੀ ਨੇ ਜੋ ਉੱਤਰ ਦਿੱਤਾ ਸੀ ਸੋ ਇਸ ਸ਼ਬਦ ਵਿੱਚ ਹੈ। ਇਸੇ ਨਾਲ ਹੀ ਅੱਜ ਦਾ ਇਹ ਸੈਸ਼ਨ ਸਮਾਪਤ ਹੁੰਦਾ ਹੈ। ਤਹੇ ਦਿਲੋਂ ਆਪ ਸਭ ਦਾ ਧੰਨਵਾਦ ਅਰਥ ਕਰਦਿਆਂ ਬੇਨਤੀ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਸੰਗਤ ਬਖਸ਼ਣਹਾਰ ਹੈ, ਖਿਮਾ ਬਖਸ਼ਣੀ। ਵਾਹਿਗੁਰੂ ਆਪ ਸਭ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ। ਆਪਣੇ ਵਿਚਾਰ ਸੁਝਾਅ ਹੇਠਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਵੀਡੀਓ ਨੂੰ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਹੁਣ ਦਿਓ ਇਜਾਜ਼ਤ, ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇਸੇ ਪ੍ਰਸੰਗ ਨੂੰ ਜਾਰੀ ਰੱਖਦੇ ਹੋਏ।
तद तक पाओ गुरु ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।